ਜਦੋਂ ਤੇ ਹੀ ਮਨੁੱਖ ਪਰਮਾਤਮਾ ਦੇ ਬਾਰੇ ਕਿਸੇ ਤੋਂ ਸੁਣ ਲੈਂਦਾ ਹੈ ਉਦੋਂ ਤੇ ਹੀ ਤੇ ਇਹਦੇ ਤੇ ਅਸਰ ਰਹਿੰਦਾ ਹੈ। ਅੱਜ ਸੁਣਿਆ, ਅੱਜ ਅਸਰ ਰਹੇਗਾ, ਕੱਲ ਨੂੰ ਅਸਰ ਖਤਮ ਹੋ ਜਾਏਗਾ ਜੇ ਕੱਲ ਨੂੰ ਨਹੀਂ ਸੁਣਿਆ। ਅੱਜ ਸੁਣਿਆ, ਅੱਜ ਤੇ ਅਸਰ ਹੈ, ਕੱਲ ਨੂੰ ਅਸਰ ਨਹੀਂ ਰਹਿਣਾ। ਇਸੇ ਕਰਕੇ ਸਾਹਿਬ ਜੀ ਨੇ ਤੇ ਇੱਥੋਂ ਤੋਂ ਹੀ ਕਹਿ ਦਿੱਤਾ, ਜੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਹੈ, ਜ਼ਿੰਦਗੀ ਨੂੰ ਸੁੱਖ ਤੇ ਆਤਮਾ ਦੇ ਰਾਹ ਤੇ ਲੈ ਕੇ ਜਾਣਾ ਹੈ, ਉਸ ਦੇ ਲਈ ਸਭ ਤੋਂ ਜ਼ਰੂਰੀ ਤੇ ਸਹਾਈ ਤੱਤ ਹੈ ਪਰਮਾਤਮਾ ਦੀ ਵਿਚਾਰ ਤੇ ਉਹਦੀ ਬੰਦਗੀ। ਉਸ ਦੀ ਯਾਦ ਕਿਸੇ ਵੀ ਤਰੀਕੇ ਨਾਲ ਯਾਦ ਆਏ, ਇਹ ਜ਼ਰੂਰੀ ਹੈ। ਹੁੰਦਾ ਕੀ ਹੈ, ਮਨੁੱਖ ਜਿੰਨੀ ਵੀ ਦੁਨੀਆ ਤੇ ਲੋਕ ਨੇ, ਜੇ ਭਾਰਤ ਦੀ ਗੱਲ ਕਰੀਏ, ਕਿਸੇ ਨੂੰ ਵੀ ਪੁੱਛ ਲਓ ਪਰਮਾਤਮਾ ਹੈ, 99% ਜਵਾਬ ਦੇਣਗੇ ਹੈ। ਜੇ ਅੱਗੋਂ ਸਵਾਲ ਹੋ ਜਾਏ ਉਹ ਕਿੱਥੇ ਹੈ, ਸਾਰਿਆਂ ਵਿੱਚ ਹੀ ਹੈ। ਤੀਜਾ ਸਵਾਲ ਜਦੋਂ ਹੋ ਜਾਏਗਾ ਫਿਰ ਜਵਾਬ ਨਹੀਂ ਆਉਣਾ, ਤੈਨੂੰ ਵਿਖ ਗਿਆ ਹੈ? ਨਹੀਂ, ਕੋਈ ਨਹੀਂ ਵਿਖਿਆ। ਕਿ ਜਿਹੜੇ ਗੁਣ ਤੁਸੀਂ ਦੱਸ ਰਹੇ ਹੋ ਕਿ ਆਪ ਵੇਖੇ ਨੇ, ਇੱਥੇ ਖਤਮ। ਹਜੇ ਤਾਈਂ ਮਨੁੱਖ ਦੂਜੇ ਦੀਆਂ ਅੱਖਾਂ ਦੇ ਨਾਲ ਵੇਖ ਰਿਹਾ ਹੈ, ਦੂਜੇ ਦੀ ਅੱਖਾਂ ਨਾਲ। ਜਿਹੜੇ ਸ਼ਬਦ ਇਸ ਦੇ ਕੋਲ ਨੇ ਇਹਦੇ ਨਹੀਂ, ਉਧਾਰੇ ਨੇ। ਜਿਵੇਂ ਇੱਕ ਮਨੁੱਖ ਦਾ ਆਪਰੇਸ਼ਨ ਹੋਣ ਲੱਗਾ ਅੱਖਾਂ ਦਾ, ਉਹਨੂੰ ਕਹਿਣ ਲੱਗੇ ਵੀ ਅੱਖਾਂ ਦਾ ਤੇਰਾ ਆਪਰੇਸ਼ਨ ਹੋਣਾ ਹੈ, ਹੋ ਸਕਦਾ ਅੱਖਾਂ ਚਲੀਆਂ ਵੀ ਜਾਣ, ਤੇ ਯਾਦ ਰੱਖੀ ਜੇ ਅੱਖਾਂ ਚਲੀਆਂ ਗਈਆਂ ਤੇ ਜੀਵੇਂਗਾ ਕਿਵੇਂ? ਕਹਿੰਦਾ ਕੋਈ ਗੱਲ ਨਹੀਂ, ਮੇਰੇ 7 ਪੁੱਤਰ ਨੇ, ਉਹਨਾਂ ਦੇ ਅੱਗੋਂ ਬੱਚੇ ਨੇ, ਪੋਤਰੇ ਨੇ, ਬੜਾ ਵੱਡਾ ਪਰਿਵਾਰ ਹੈ, 45-50 ਜੀ ਨੇ, ਕੋਈ ਗੱਲ ਨਹੀਂ, ਮੇਰੀਆਂ ਅੱਖਾਂ ਨਹੀਂ ਵੀ ਰਹਿਣਗੀਆਂ, ਉਹਨਾਂ ਦੀਆਂ ਅੱਖਾਂ ਨਾਲ ਮੇਰੀਆਂ ਸੇਵਾ ਹੋਈ ਜਾਏਗੀ। ਬਜ਼ੁਰਗ ਸੀ, ਚਲੋ ਅੱਖਾਂ ਤੇ ਨਾ ਰਹੀਆਂ, ਘਰ ਲੈ ਆਏ। ਹੁਣ ਸੋਚਦਾ ਇਹਨਾਂ ਦੀਆਂ ਅੱਖਾਂ ਨਾਲ ਮੇਰੀ ਸੇਵਾ ਹੋਇਆ ਕਰੇਗੀ। ਰੋਜ਼ ਦਿਹਾੜੀ ਸੇਵਾ ਹੁੰਦੀ ਹੈ। ਇੱਕ ਦਿਨ ਘਰ ਦੇ ਵਿੱਚ ਅੱਗ ਲੱਗ ਗਈ, ਜਿੰਨਿਆਂ ਦੇ ਵੀ ਅੱਖਾਂ ਸੀ ਸਾਰੇ ਹੀ ਭੱਜ ਗਏ, ਹੁਣ ਇਕੱਲਾ ਉਹ ਹੀ ਰਹਿ ਗਿਆ। ਸੜ ਕੇ ਸੁਆਹ ਹੋ ਗਿਆ ਅੱਗ ਦੇ ਵਿੱਚ ਹੀ। ਕਿਸੇ ਨੇ, ਵੇਖਣ ਵਾਲੇ ਨੇ ਵਿਸ਼ਲੇਸ਼ਣ ਕੀਤਾ, ਸਾਰੇ ਭੱਜ ਗਏ ਨੇ। ਕੌਣ ਭੱਜ ਗਏ ਨੇ? ਜਿਨ੍ਹਾਂ ਦੇ ਅੱਖਾਂ ਸੀ। ਇਸ ਕਰਕੇ ਜਿਹੜੀਆਂ ਅੱਖਾਂ ਨੇ ਉਹ ਆਪਣੀਆਂ ਹੀ ਹੋਣੀਆਂ ਚਾਹੀਦੀਆਂ ਨੇ, ਕਿਸੇ ਦੀਆਂ ਨਹੀਂ। ਜਿਹੜੀਆਂ ਆਪਣੀਆਂ ਅੱਖਾਂ ਨੇ ਉਹ ਤੇ ਵਿਕਾਰਾਂ ਤੋਂ ਬਚਾ ਸਕਦੀਆਂ ਨੇ, ਦੂਜੇ ਦੀਆਂ ਨਹੀਂ। ਇਹ ਗੱਲ ਨੋਟ ਕਰਨਾ। ਇਸ ਕਰਕੇ ਜੋ ਸੰਗਤ ਵਿੱਚ ਦੱਸਿਆ ਗਿਆ ਹੈ, ਜੋ ਦੱਸ ਰਿਹਾ ਹੈ, ਜੇ ਗੁਰੂ ਦੱਸ ਰਿਹਾ ਹੈ ਉਹ ਗੁਰੂ ਦਾ ਅਨੁਭਵ ਹੈ, ਸਾਡਾ ਨਹੀਂ ਹੈ। ਹੁਣ ਗੁਰੂ ਦੇ ਅਨੁਭਵ ਨੂੰ ਆਪਣਾ ਅਨੁਭਵ ਸਮਝ ਲਈਏ, ਇਹ ਨਹੀਂ। ਸਾਨੂੰ ਜਦੋਂ ਹੋਏਗਾ ਉਹ ਸਾਡੀ ਗੱਲ ਉਦੋਂ ਬਣੇਗੀ, ਉਸ ਤੋਂ ਪਹਿਲਾਂ ਮਨ ਤਿਲਕਦਾ ਰਹੇਗਾ। ਗੁਰੂ ਸਾਹਿਬ ਕਹਿੰਦੇ ਨੇ ਤੂੰ ਉਹਦੇ ਤੇ ਵਿਸ਼ਵਾਸ ਰੱਖ, ਉਹ ਸਾਰਾ ਕੁਝ ਕਰਨ ਵਾਲਾ ਹੈ। ਇਹ ਗੁਰੂ ਸਾਹਿਬ ਕਹਿੰਦੇ ਨੇ। ਹਰੇਕ ਮਨੁੱਖ ਦਾ ਹਿਰਦਾ ਐਵੇਂ ਨਹੀਂ ਮੰਨਦਾ, ਹਰੇਕ ਦਾ। ਜਦੋਂ ਤਾਈਂ ਆਤਮਾ ਦਾ ਸਾਖੀ ਨਹੀਂ ਹੋਇਆ ਉਦੋਂ ਤਾਈਂ ਇਹ ਗੱਲਾਂ ਇਵੇਂ ਹੀ ਨਹੀਂ। ਇਹ ਦੂਜੇ ਦੀਆਂ ਅੱਖਾਂ ਲਈ ਫਿਰਦਾ ਹੈ ਮਨੁੱਖ। ਮੈਂ ਆਪ ਜੀ ਨੂੰ ਫਿਰ ਬੇਨਤੀ ਕਰਾਂ, ਜੇ ਇਹਨੂੰ ਕੋਈ ਪੁੱਛ ਲਏ ਵੀ ਪਰਮਾਤਮਾ ਹੈ ਕਿੱਥੇ ਹੈ? ਸਾਰੀ ਥਾਂ ਤੇ ਹੈ, ਕਦੇ ਵੇਖਿਆ ਵੀ ਹੈ? ਇਹ ਕੋਈ ਨਹੀਂ ਪਤਾ। ਤੀਜਾ ਸਵਾਲ ਜਦੋਂ ਹੋਏਗਾ ਉਦੋਂ ਹੀ ਬੰਦ। ਭਾਵ ਮਨੁੱਖ ਪਰਮਾਤਮਾ ਬਾਰੇ ਗੱਲ ਕਰਦਾ ਇਵੇਂ ਹੀ ਕਰ ਦਿੰਦਾ ਹੈ, ਮੈਂ ਉਹਨੂੰ ਵੇਖਿਆ ਹੈ। ਭਾਵੇਂ ਹੋਰ ਕੋਈ ਗੱਲ ਚੱਲ ਰਹੀ ਹੋਏ ਨਾ, ਕਿਸੇ ਗਿਆਨ ਵਿਗਿਆਨ ਦੀ ਗੱਲ ਕਰਨ ਤੋਂ ਮਨੁੱਖ ਸੰਕੋਚਦਾ ਹੈ ਵੀ ਮੈਨੂੰ ਪਤਾ ਨਹੀਂ। ਮੈਂ ਐਸਾ ਵੀ ਵੇਖਦਾ ਹਾਂ, ਜਦੋਂ ਗੱਲ ਕਿਤੇ ਪਰਮਾਤਮਾ ਦੀ ਚੱਲੇ ਤੇ ਹਰੇਕ ਕੋਈ ਕਹਿੰਦਾ ਮੈਨੂੰ ਸਾਰਾ ਹੀ ਪਤਾ ਇਹਦੇ ਬਾਰੇ। ਕਿਉਂ? ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ। ਗੱਲ ਇਹ ਹੈ, ਉਹ ਵੇਖਿਆ ਕਿਸੇ ਨੇ ਨਹੀਂ। ਜੋ ਮਨੁੱਖ ਦੀ ਸਮਝ ਵਿੱਚ ਆਪਣੀ 'ਚ ਨਹੀਂ ਆਇਆ ਉਹ ਇਹਦਾ ਨਹੀਂ ਹੈ, ਉਹ ਬਗਾਨਾ ਹੈ। ਉਹ ਤੇ ਸਿਰਫ ਗਿਆਨ ਹੈ, ਇਹਨੇ ਇਕੱਠਾ ਕੀਤਾ ਹੈ।
ਉਹ ਗਿਆਨ ਨਹੀਂ, ਉਹ ਇਹਦੇ ਵਾਸਤੇ ਜ਼ਹਿਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ, ਦੂਜੇ ਦਾ ਗਿਆਨ ਆਪਣਾ ਗਿਆਨ ਕਦੋਂ ਬਣੇਗਾ? ਜਦੋਂ ਸਾਨੂੰ ਉਹ ਅਨੁਭਵ ਹੋ ਜਾਏਗਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਕਥਾ ਹੈ, ਕੀਰਤਨ ਹੈ, ਅਸੀਂ ਸ਼ਰਵਣ ਕਰਦੇ ਹਾਂ, ਬਾਣੀ ਨੂੰ ਸ਼ਰਵਣ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਉਹ ਬਾਣੀ ਕਿਤੇ ਆਪਣੀ ਵੀ ਜ਼ਿੰਦਗੀ ਦਾ ਹਿੱਸਾ ਬਣ ਜਾਏ। ਕਦੋਂ ਬਣੇਗੀ? ਜਦੋਂ ਉਹ ਗੱਲ ਅਨੁਭਵ ਹੋ ਜਾਏਗੀ ਆਪਣੇ ਆਪ ਨੂੰ। ਜਿਸ ਦਿਨ ਉਹ ਆਪਣੀ ਸਮਝ ਵਿੱਚ ਆ ਜਾਏਗੀ। ਜਦੋਂ ਤਾਈਂ ਆਪਣੀ ਸਮਝ ਵਿੱਚ ਨਹੀਂ ਆਈ, ਉਦੋਂ ਤਾਈਂ ਯਾਦ ਰੱਖਣਾ, ਬਾਣੀ ਪੜ੍ਹਨ ਲੱਗਿਆਂ ਚਾਅ ਪੈਦਾ ਨਹੀਂ ਹੋਏਗਾ। ਉਦੋਂ ਤਾਈਂ ਸੰਗਤ ਵਿੱਚ, ਵਿਚਾਰ ਵਿੱਚ ਦਿਲ ਨਹੀਂ ਲੱਗੇਗਾ, ਚਾਅ ਨਹੀਂ ਪੈਦਾ ਹੋਏਗਾ। ਉਦੋਂ ਤਾਈਂ ਤੇ ਬੱਧਾ ਚੱਟੀ ਹੈ, ਮਨੁੱਖ ਭਰੀ ਜਾਂਦਾ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਇਹ ਬੱਧਾ ਚੱਟੀ ਹੈ। ਕਿਤੇ ਅੰਦਰ ਉਮਾਹਾ ਤੇ ਚਾਹ ਪੈਦਾ ਹੋ ਜਾਏ। ਚਾਹ ਪੈਦਾ ਕਿਹਦੇ ਨਾਲ ਹੋਏਗਾ? ਜਿੱਦਣ ਆਪਣਾ ਅਨੁਭਵ ਬਣ ਜਾਏਗਾ। ਆਪਣਾ ਤੇ ਆਪਣਾ ਅਨੁਭਵ ਕਦੋਂ ਬਣੇਗਾ? ਜਦੋਂ ਪਰਮਾਤਮਾ ਨੂੰ ਨਿਰੰਤਰ ਯਾਦ ਦੇ ਵਿੱਚ ਮਨੁੱਖ ਰੱਖੇਗਾ, ਨਿਰੰਤਰ ਉਹਦੀ ਯਾਦ। ਜਿਵੇਂ ਜਿਵੇਂ ਰੋਜ਼ ਸੰਗਤ ਵਿੱਚ ਆਏਗਾ, ਚਾਹ ਪੈਦਾ ਹੁੰਦਾ ਹੈ ਮਨੁੱਖ ਅੰਦਰ ਵੀ ਹੈ ਉਹ ਅਦਿੱਤਿਆ ਤੇ ਅਦਵਿਤਿਆ ਸ਼ਕਤੀ, ਜਿਹਦੇ ਵਰਗਾ ਕੋਈ ਨਹੀਂ ਹੈ, ਉਹ ਹੈ। ਅੱਜ ਸਾਹਿਬ ਜੀ ਕਹਿੰਦੇ ਨੇ, ਜਦੋਂ ਉਹਦੇ ਗੁਣ ਗਾਏ ਜਾਂਦੇ ਨੇ, ਗੁਣ ਉਹਦੇ ਗਾਵਾਂਗੇ, ਬਸ ਯਾਦ ਰੱਖਣਾ, ਫਿਰ ਆਪਣਾ ਆਪ ਖਤਮ ਹੋ ਜਾਏਗਾ। ਉਹਦੇ ਗੁਣ ਗਾਉਂਦੇ ਆ। ਆਪਣੇ ਤੋਂ ਵੱਡੇ ਦੇ ਗੁਣ ਗਾਈਏ, ਆਪਣਾ ਬਿਲਕੁਲ ਛੋਟਾ ਲੱਗਦਾ। ਆਪਣੇ ਤੋਂ ਵੱਡੇ ਦੇ ਗਾਈਏ। ਕੋਈ ਮਨੁੱਖ ਸਾਡੇ ਸ਼ਹਿਰ ਦੇ ਵਿੱਚ ਸਾਡੀ ਪ੍ਰਾਪਰਟੀ ਨਾਲੋਂ ਵੱਡੀ ਪ੍ਰਾਪਰਟੀ ਦਾ ਮਾਲਕ ਹੈ। ਜਦੋਂ ਹੀ ਉਹਨੂੰ ਸਾਹਮਣੇ ਵੇਖ ਲਵਾਂਗੇ ਤੇ ਗੱਲਾਂ ਕਰ ਰਹੇ ਹਾਂ ਬੜੀਆਂ ਵੱਡੀਆਂ ਵੱਡੀਆਂ, ਮੇਰੇ ਕੋਲ ਇਹ ਹੈ, ਇਹ ਹੈ। ਦੋ ਮਨੁੱਖ ਗੱਲਾਂ ਕਰ ਰਹੇ ਨੇ, ਆਪੋ ਆਪਣੀਆਂ ਡਿੰਗਾਂ ਮਾਰ ਰਹੇ ਨੇ, ਮੈਂ ਬੜਾ ਵੱਡਾ, ਮੇਰੇ ਕੋਲ ਵੀ ਬੜੀ ਪ੍ਰਾਪਰਟੀ ਹੈ। ਜੇ ਕਿਤੇ ਉਹਨੂੰ ਵੇਖ ਲੈਣ, ਕਿਹਨੂੰ, ਜਿਹਦੇ ਕੋਲ ਇਹਨਾਂ ਨਾਲੋਂ ਵੀ ਜ਼ਿਆਦਾ ਹੈ, ਨਾਲ ਹੀ ਚੁੱਪ ਹੋ ਜਾਣਗੇ, ਦੁਬਾਰਾ ਵਚਨ ਹੀ ਨਹੀਂ ਕਰਨਗੇ। ਦੁਬਾਰਾ ਕੋਈ ਵੀ ਜਿਹੜਾ ਸਵਾਲ ਉਹ ਨਹੀਂ ਕਰਨਗੇ। ਕਾਰਨ ਕੀ ਹੈ? ਇਹਦਾ ਕਾਰਨ ਇੱਕ ਹੀ ਹੈ, ਆਪਣੇ ਤੋਂ ਵੱਡਾ ਵੇਖ ਲਿਆ ਹੈ। ਗੁਣ ਗਾਉਂਦਿਆਂ ਗਾਉਂਦਿਆਂ, ਪਰਮਾਤਮਾ ਦੇ ਗੁਣ ਗਾਉਂਦਿਆਂ, ਮਹਾਰਾਜ ਕਹਿੰਦੇ ਗੁਣ ਗਾਉਂਦਿਆਂ ਗਾਉਂਦਿਆਂ ਮੈਲ ਉਤਰ ਜਾਣੀ ਹੈ। ਤੇ ਮੈਲ ਕਾਹਦੀ ਉਤਰਨੀ ਹੈ? ਹਉਮੈ ਦੀ। ਸਭ ਤੋਂ ਵੱਡੀ ਜੇ ਮੈਲ ਹੈ ਦੁਨੀਆ ਤੇ, ਉਹ ਇੱਕੋ ਹੀ ਹੈ, ਉਹ ਹੈ ਹਉਮੈ ਦੀ। ਹਉਮੈ ਤੋਂ ਵੱਡੀ ਮੈਲ ਦੁਨੀਆ ਤੇ ਕੋਈ ਨਹੀਂ। ਔਰ ਸਭ ਤੋਂ ਔਖੀ ਜੇ ਮੈਲ ਜਾਂਦੀ ਹੈ, ਜਾਂਦੀ ਹਉਮੈ ਦੀ ਹੈ। ਕੱਪੜਿਆਂ ਦੀ ਮੈਲ ਧੁੱਪ ਜਾਂਦੀ ਹੈ, ਡਿਟਰਜਨ ਬੜੇ ਨੇ। ਕੱਪੜੇ ਦੀ ਮੈਲ ਸਾਬਣ ਮਾਰੋਗੇ, ਕੱਪੜੇ ਦੀ ਮੈਲ ਧੁੱਪ ਜਾਏਗੀ। ਸਾਰੀਆਂ ਮੈਲਾਂ ਧੁੱਪ ਜਾਂਦੀਆਂ ਨੇ। ਬਾਣੀ ਕਹਿੰਦੀ ਇੱਕੋ ਰੋਗ ਹੈ ਜਿਹੜਾ ਬੜਾ ਗਹਿਰਾ ਤੇ ਬੜਾ ਡੂੰਘਾ ਹੈ, ਉਹ ਰੋਗ ਹੈ ਹਉਮੈ ਦਾ। ਔਰ ਇਹ ਰੋਗ ਤਕਰੀਬਨ 100% ਲੋਕਾਂ ਨੂੰ ਲੱਗਿਆ ਹੈ। 100% ਲੋਕਾਂ ਨੂੰ ਇਹ ਰੋਗ ਲੱਗਿਆ ਹੀ ਹੋਇਆ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਹ ਦੀਰਘ ਰੋਗ ਹੈ ਔਰ ਇਹ 100% ਲੋਕਾਂ ਨੂੰ ਲੱਗਿਆ। ਕਿਉਂ ਮੈਂ ਇਹ ਕਿਉਂ ਕਹਿ ਰਿਹਾ 100% ਨੂੰ ਲੱਗਿਆ ਹੈ? ਕਿਉਂਕਿ ਇਹ ਜੇ ਰੋਗ ਨਾ ਹੁੰਦਾ ਫਿਰ ਜਨਮ ਹੋਣਾ ਹੀ ਨਹੀਂ ਸੀ। ਜਨਮ ਮਿਲਿਆ ਹੀ ਤਾਂ ਹੈ ਇਹ ਰੋਗ ਕਰਕੇ। ਜਿਸ ਦਿਨ ਇਹ ਰੋਗ ਖਤਮ ਹੋਏਗਾ, ਜਨਮ ਤੇ ਮਰਨ ਰੁਕੇਗਾ ਹੀ ਉਸ ਦਿਨ, ਉਸ ਤੋਂ ਪਹਿਲਾਂ ਰੁਕਦਾ ਵੀ ਨਹੀਂ। ਇਹ ਤੁਰਿਆ ਰਹਿਣਾ ਹੈ, ਜਨਮ ਮਰਨ ਦੀ ਕਹਾਣੀ ਚਲਦੀ ਰਹਿਣੀ ਹੈ। ਹਉਮੈ ਦੀਰਘ ਰੋਗ ਹੈ। ਹਉਮੈ ਦਾ ਮਤਲਬ ਹੁੰਦਾ ਮੈਂ, ਮੇਰਾ ਰੰਗ, ਮੇਰਾ ਰੂਪ, ਮੇਰੇ ਤੋਂ ਵੱਡਾ ਕੋਈ ਨਹੀਂ। ਇਹਨੂੰ ਕਹਿੰਦੇ ਨੇ ਹਉਮੈ। ਜੀ ਮੈਂ ਅਕਸਰ ਇਹ ਗੱਲ ਕਿਹਾ ਕਹਿੰਦਾ, ਹਉਮੈ ਹੁੰਦੀ ਕੀ ਹੈ? ਜੇ ਸੰਤਾਂ ਦੀ ਨਜ਼ਰ ਵਿੱਚ ਵੇਖੀਏ, ਸ੍ਰੇਸ਼ਟ ਪੁਰਸ਼ ਦੀ ਨਜ਼ਰ ਵਿੱਚ ਵੇਖੀਏ, ਹਉਮੈ ਇੱਕ ਬਚਕਾਨੀ ਹਰਕਤ ਹੈ। ਜਿਵੇਂ ਇੱਕ ਬੱਚਾ ਹੁੰਦਾ ਹੈ ਨਾ, ਛੋਟਾ ਜਿਹਾ ਬੱਚਾ ਹੋਏ ਤੇ ਥੋੜਾ ਜਿਹਾ ਸਵਾਂਗ ਰਚ ਕੇ ਕਹੇ, ਲੋ ਮੈਂ ਤੇ ਹੁਣ ਬੜਾ ਵੱਡਾ ਬਣ ਗਿਆ ਹਾਂ,
मैं बड़ा ਵੱਡਾ बन गया हाँ, बिल गेट्स बन गया हाँ, ਵੱਡਾ बन गया हाँ। ਸਾਰੇ ਨਾ ਉਹਨੂੰ ਵੇਖ ਕੇ, ਬੱਚਾ ਤੇ ਆਪਣੇ ਆਪ ਤੇ ਸਹੀ ਬਣਿਆ ਬੈਠਾ ਹੈ, ਸਾਰੇ ਉਹਨੂੰ ਵੇਖ ਵੇਖ ਕੇ ਹੱਸਦੇ ਨੇ। ਕਾਰਨ ਕੀ ਹੈ ਵੀ ਇਹ ਹੈ ਵੀ ਨਹੀਂ ਹੈ ਤੇ ਸਵਾਂਗ ਧਰਿਆ ਤੇ ਇਹਨੂੰ ਸੱਚ ਸਮਝੀ ਬੈਠਾ ਹੈ। ਕਦੇ ਵੀ ਬੱਚੇ ਕਿਸੇ ਦਾ ਰੂਪ ਬਣਾਉਂਦੇ ਅਸੀਂ ਹੱਸਦੇ, ਪਤਾ ਵੀ ਕਿਉਂ ਆ? ਇਹਨੂੰ ਡੂੰਘੇ 'ਚ ਸਮਝ ਕੇ ਵੇਖਣਾ। ਅਸੀਂ ਤਾਂ ਹੱਸਦੇ ਹਾਂ ਇਹ ਹੈ ਵੀ ਨਹੀਂ ਹੈ ਤੇ ਕੀ ਸਮਝੀ ਬੈਠਾ ਆਪਣੇ ਆਪ ਵਿੱਚ, ਤਾਂ ਕਰਕੇ ਹਾਸਾ ਆ ਜਾਂਦਾ। ਕਾਤੇ ਬੱਚੇ ਦੀ ਅਣਪ ਤੇ ਹਾਸਾ ਆਉਂਦਾ। ਜਦੋਂ ਬੱਚਾ ਗੱਲਾਂ ਕਰਦਾ, ਅਣੀਆਂ ਜੀਆਂ ਗੱਲਾਂ ਕਰਦਾ, ਉਹਦੀਆਂ ਗੱਲਾਂ ਤੇ ਹਾਸਾ ਆਉਂਦਾ। ਇਸ ਕਰਕੇ ਜਿਹੜੇ ਸ੍ਰੇਸ਼ਟ ਪੁਰਸ਼ ਹੁੰਦੇ ਨੇ ਉਹਨਾਂ ਨੂੰ ਮਨੁੱਖ ਦੀਆਂ ਗੱਲਾਂ ਤੇ ਹਾਸਾ ਆਉਂਦਾ ਵੀ ਇਹ ਕੀ ਕਰੀ ਬੈਠਾ ਹੈ, ਕੁਝ ਵੀ ਨਹੀਂ ਹੈ, ਇਹਦੀ ਇਸ ਦੁਨੀਆ ਦੇ ਵਿੱਚ ਔਕਾਤ ਕੁਛ ਨਹੀਂ, ਕਰਨ ਵਾਲਾ ਕੁਛ ਨਹੀਂ, ਤੇ ਆਪਣੇ ਆਪ ਨੂੰ ਏਡਾ ਵੱਡਾ ਸਮਝੀ ਬੈਠਾ, ਇਹ ਹੈ ਵੀ ਕੁਛ ਨਹੀਂ। ਤਾਂ ਕਰਕੇ ਸ੍ਰੇਸ਼ਟ ਪੁਰਸ਼ ਹੱਸ ਪੈਂਦੇ ਨੇ। ਮਨੁੱਖ ਜਦੋਂ ਹੀ ਉਹਦੇ ਗੁਣ ਗਾਏਗਾ, ਗੁਣ ਗਾਉਣ ਦੇ ਨਾਲ ਇਹਦੀ ਮੈਲ ਉਤਰ ਜਾਣੀ ਹੈ। ਔਰ ਮੈਲ ਕਿਹੜੀ? ਹਉਮੈ ਦੀ। ਏਡੇ ਵੱਡੇ ਪਸਾਰੇ ਦੇ ਵਿੱਚ ਮੈਨੂੰ ਕਈ ਵਾਰੀ ਯਾਦ ਆਉਂਦਾ ਹੈ, ਪਰਵਾਨਾ ਦੀ ਗੱਲ ਸੁਣਾਇਆ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਤੇ ਪਰਮਾਤਮਾ ਦੇ, ਇੱਕ ਮਨੁੱਖ ਕਹਿੰਦਾ ਫਿਰ ਇਹ 5 ਕਿੱਲੇ ਮੇਰੇ ਨੇ। ਉਹਦਾ ਸਾਰੀ ਸ੍ਰਿਸ਼ਟੀ ਤੇ ਪਰਮਾਤਮਾ ਦੀ ਹੈ, ਤੇਰੇ 5 ਕਿੱਥੋਂ ਆ ਗਏ ਵਿੱਚੋਂ? ਅਸਲ ਦੇ ਵਿੱਚ ਨਾ ਇੱਥੇ ਕਿਸੇ ਦੇ 5 ਨੇ ਤੇ ਨਾ 10 ਨੇ, ਸਾਰੀ ਦੁਨੀਆ ਚੌਂਕੀਦਾਰ ਹੈ। ਕੋਈ ਛੋਟਾ ਹੈ, ਕੋਈ ਵੱਡਾ ਹੈ, ਗੱਲ ਬਸ ਇੰਨੀ ਹੈ ਸਾਰੇ ਚੌਂਕੀਦਾਰ ਨੇ। ਕੋਈ ਛੋਟਾ ਚੌਂਕੀਦਾਰ ਹੈ, ਕੋਈ ਵੱਡਾ ਚੌਂਕੀਦਾਰ ਹੈ ਸਾਰੇ ਚੌਂਕੀਦਾਰ ਨੇ। ਆਪੋ ਆਪਣਾ ਚੌਂਕੀਦਾਰ ਹੈ, ਕਿਸੇ ਨੇ 10 ਸਾਲ ਕਰਨਾ ਹੈ, ਕਿਸੇ ਨੇ 20 ਸਾਲ ਕਰਨਾ ਹੈ। ਮਨੁੱਖ ਨੂੰ ਮਾਣ ਆਪਣੀ ਚੌਂਕੀਦਾਰੀ ਦਾ ਹੈ, ਆਪਣੀ ਹਸਤੀ ਦਾ ਨਹੀਂ। ਇਹਦੀ ਹਸਤੀ ਤੇ ਕੁਝ ਵੀ ਨਹੀਂ ਹੈ, ਹਸਤੀ ਤੇ ਝੂਠ ਹੈ ਇਹਦੀ। ਸਰੀਰ ਦਾ ਕਾਹਦਾ ਮਾਣ ਹੈ? ਸਰੀਰ ਸਦਾ ਨਹੀਂ ਹੈ। ਫਿਰ ਜਿਹੜਾ ਸਰੀਰ ਦਾ ਰੂਪ ਹੈ ਉਹਦਾ ਵੀ ਕਾਹਦਾ ਮਾਣ ਹੈ? ਉਹ ਵੀ ਸਦਾ ਨਹੀਂ ਹੈ। ਸਰੀਰ ਦੇ ਰੰਗ ਵੀ ਸਦਾ ਨਹੀਂ ਹੈ। ਜੋ ਕੁਝ ਸਰੀਰ ਦੇ ਨਾਲ ਜੁੜਿਆ ਹੈ ਉਹ ਸਦਾ ਨਹੀਂ ਹੈ। ਪਰ ਮਨੁੱਖ ਨੂੰ ਹਉਮੈ ਤੇ ਹੰਕਾਰ ਹੈ, ਸਿਰਫ ਜੋ ਇਹਦੇ ਕੋਲ ਹੈ। ਇਹਨੂੰ ਆਪਣਾ ਹੰਕਾਰ ਨਹੀਂ ਹੈ। ਹੰਕਾਰ ਕਿਸੇ ਨਾ ਕਿਸੇ ਚੀਜ਼ ਤੇ ਖਲੋਂਦਾ ਹੀ ਹੈ। ਹੰਕਾਰ ਜਾਂ ਤੇ ਖਲੋਏਗਾ ਧਨ ਤੇ, ਜਾਂ ਖਲੋਏਗਾ ਸ਼ਕਤੀ ਤੇ, ਜਾਂ ਰਾਜਨੀਤਿਕ ਸ਼ਕਤੀ ਤੇ, ਜਾਂ ਪੈਸੇ ਤੇ। ਔਰ ਚੌਥੀ ਚੀਜ਼ ਤੇ ਕਿੱਥੇ ਖਲੋਏਗਾ? ਹੰਕਾਰ ਦਾ ਵੀ ਮਹਿਲ ਖੜਾ ਕਰਨਾ ਹੈ ਤੇ ਕੋਈ ਨਾ ਕੋਈ ਤੇ ਨੀਂਹ ਭਰਨੀ ਪਏਗੀ। ਨੀਂਹ ਦੇ ਉੱਤੇ ਹੀ, ਨੀਹਾਂ ਦੇ ਉੱਤੇ ਹੀ ਕੰਧਾਂ ਖੜੀਆਂ ਹੋਣੀਆਂ ਨੇ। ਜੇ ਕੋਈ ਵੀ ਮਨੁੱਖ ਹੰਕਾਰ ਕਰੀ ਬੈਠਾ ਹੈ ਉਹਦੀ ਕੋਈ ਨਾ ਕੋਈ ਤੇ ਨੀਂਹ ਜ਼ਰੂਰ ਹੋਏਗੀ। ਜਿਵੇਂ ਅਸੀਂ ਵੇਖ ਲੈਂਦੇ ਹਾਂ ਨਾ ਵੀ ਇਹ ਬੜਾ ਜ਼ਿਆਦਾ ਬੋਲ ਰਿਹਾ ਹੈ, ਆਕੜ ਰਿਹਾ ਹੈ, ਅਸੀਂ ਕਹਿੰਦੇ ਹਾਂ ਇਹਦੇ ਪਿੱਛੇ ਕੁਝ ਹੈ। ਜੋ ਇਹਦੇ ਵਿੱਚੋਂ ਨਿਮਰਤਾ ਵਰਗਾ ਗੁਣ ਖਤਮ ਹੋ ਗਿਆ ਹੈ ਨਾ, ਜੇ ਮਨੁੱਖ ਦੇ ਵਿੱਚੋਂ ਨਿਮਰਤਾ ਖਤਮ ਹੋ ਗਈ ਹੈ, ਅਸੀਂ ਕਹਿੰਦੇ ਹਾਂ ਇਹਦੇ ਪਿੱਛੇ ਕੁਝ ਹੈ ਜਿਹੜਾ ਇਹਦੇ ਤੋਂ ਮੰਦੇ ਬੋਲ ਬਲਵਾ ਰਿਹਾ ਹੈ। ਉਹ ਕੀ ਹੈ? ਉਹ ਲੱਭਣ ਦੀ ਲੋੜ ਹੈ। ਇਹਨਾਂ ਚਾਰਾਂ ਵਿੱਚੋਂ ਇੱਕ ਚੀਜ਼ ਲੱਭੇਗੀ। ਇਹਨਾਂ ਚਾਰਾਂ ਵਿੱਚੋਂ ਇੱਕ ਚੀਜ਼ ਲੱਭੇਗੀ। ਜਿਹੜਾ ਮਨੁੱਖ ਦੁਨੀਆ ਨੂੰ ਪਰੇਸ਼ਾਨ ਕਰੀ ਜਾਂਦਾ ਹੈ, ਲਗਾਤਾਰ ਮੰਦਾ ਬੋਲਦਾ ਹੈ, ਹੰਕਾਰ ਕਰਦਾ ਹੈ, ਇਹਨਾਂ ਚਾਰਾਂ ਵਿੱਚੋਂ ਇੱਕ ਚੀਜ਼ ਲੱਭੇਗੀ। ਜਾਂ ਤੇ ਜੋਬਨ ਲੱਭੇਗਾ, ਜਵਾਨੀ ਦਾ ਮਾਣ ਲੱਭੇਗਾ, ਜਾਂ ਰੂਪ ਦਾ ਮਾਣ ਲੱਭੇਗਾ, ਜਾਂ ਦੌਲਤ ਦਾ ਮਾਣ ਲੱਭੇਗਾ। ਕੁਝ ਨਾ ਕੁਝ ਤੇ ਪਿੱਛੇ ਹੋਏਗਾ। ਇਸ ਕਰਕੇ ਮੈਨੂੰ ਤੇ ਉਹ ਬੀਬੀ ਦੀ ਕਹਾਣੀ ਬੜੀ ਯਾਦ ਆਉਂਦੀ ਹੈ। ਜਿਵੇਂ ਕਿ ਪਿੰਡ ਦੇ ਵਿੱਚ ਬੀਬੀ ਰਹਿੰਦੀ ਸੀ। ਕਿੱਡਾ ਕੁ ਹੰਕਾਰ ਮਨੁੱਖ ਦਾ ਹੈ, ਕਿੱਡਾ ਕਿ ਐਸਾ ਹੀ ਹੈ। ਆਪਾਂ ਇਸ ਗੱਲ ਤੇ ਹੱਸਾਂਗੇ ਜ਼ਰੂਰ, ਪਰ ਯਾਦ ਰੱਖਣਾ ਹਰੇਕ ਮਨੁੱਖ ਇਵੇਂ ਹੀ ਹੈ, ਐਵੇਂ ਮਨ ਕਰੀ ਬੈਠਾ ਇਹਨਾਂ ਚੀਜ਼ਾਂ ਤੇ। ਜਿਵੇਂ ਇੱਕ ਬੀਬੀ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਰਹਿੰਦੇ ਰੋਜ਼ ਪਿੰਡ ਵਾਲਿਆਂ ਨੂੰ ਕਹਿੰਦੀ ਹੈ ਵੀ ਜਦੋਂ ਮੇਰਾ ਕੁੱਕੜ ਵਾਂਗ ਦਿੰਦਾ ਹੈ ਸੂਰਜ ਨਿਕਲਦਾ ਹੀ ਉਦੋਂ ਹੈ। ਸਾਰੇ ਪਿੰਡ ਦੇ ਕਹਿੰਦੇ ਨੇ ਬੀਬੀ ਇਹ ਤੇਰਾ ਹੰਕਾਰ ਗਲਤ ਹੈ। ਉਹ ਪਿੰਡ ਦਿਆਂ ਨੂੰ ਕਹਿੰਦੀ ਜੇ ਮੈਂ ਪਿੰਡੋਂ ਚਲੀ ਗਈ ਤੇ ਸਾਰਾ ਪਿੰਡ ਹਨੇਰੇ 'ਚ ਰਹਿ ਜਾਏਗਾ, ਕਿ ਮੇਰਾ ਕੁੱਕੜ ਮੇਰੇ ਨਾਲ ਜਾਣਾ ਹੈ ਤੇ ਇੱਥੇ ਕਿਹੜਾ ਸੂਰਜ ਨਿਕਲਣਾ ਹੈ। ਫਿਰ ਪਿੰਡ ਦਿਆਂ ਨੇ ਇਕੱਠੇ ਹੋ ਕੇ ਸਾਰਾ ਸਲਾਹ ਕੀਤੀ ਵੀ ਇਹਨੂੰ ਕੱਢ ਹੀ ਦਿਓ ਪਿੰਡ 'ਚੋਂ। ਚਲੋ ਆਪਾਂ ਤਾਂ ਹਨੇਰੇ 'ਚ ਬੈਠੇ ਰਹਾਂਗੇ, ਇਹਨੂੰ ਤੇ ਚਾਨਣ 'ਚ ਭੇਜੋ।
सारे पिंड ने इकट्ठे होकर बीबी नूं कढ़ दिता। अगले पिंड चलेगी, कुक्कड़ उहदे नाल ही है। कहंदी बस आ मैं कुक्कड़ लैके आई हाँ, तुहाडे पिंड सूरज तां ही चढ़ना है जे ये बांग देगा, पिछला पिंड तो नेरे च डुब गया होएगा, तो मैं आ गई हाँ उत्थों। कुक्कड़ उत्थे है नहीं, बांग उन्हें देनी नहीं, पिंड नेरे च डुब जाएगा। किसी सियाणे मनुख ने कहा बीबी एवें ना हंकार कर, सूरज तेरे कुक्कड़ दी वांग नाल नहीं निकलदा। याद रखी जदों सूरज निकलदा तेरा कुक्कड़ वांग ही उदों दिंदा है, उवें ने बोलना ही नहीं। तेरे कुक्कड़ दे नाल सूरज नहीं चल रहा, सूरज दे नाल तेरा कुक्कड़ चल रहा है। ये मुर्गा जो तेरे कोल है, ये मुर्गा चलता है सूरज दे नाल। हे मनुख तू परमात्मा दे अगे नहीं चल रहा, तू परमात्मा तो पिछे ते उहदे नाल चल रहा है। ये तेरी हस्ती कुछ नहीं, इत्थे अपनी हस्ती नूं वड्डा समझ बैठा है। क्यों? अपने तो वड्डी हस्ती इनू विखी नहीं हजे। तां हजे अपने गुण गाए ने, उहदे गुण नहीं गाए जिहड़ा सारियां गुणां च संपन्न है। जिन्हां ने परमात्मा दे गुण गाए ने ना, उन्होंने एको ही गल्लां कहीआं, ते गुरु नानक साहब ने भी यही गल कही। जिन्हां परमात्मा दे गुण गाए, परमात्मा प्राप्त हो गया। आप रब दा रूप गुरु नानक साहब पता की कहंदे ने, नानक नीच कहे विचार, वारिया ना जावा एक वार, जो तुद भावै साई भली कार। हे परमात्मा मैं तेरे विचारां की करा, मेरी जिंदगी विच की होना, मैं कित्थों विचार करा। मैं तो एक बारी भी तेरे तो वारे नहीं जा सकता। तू किन्नी पृथ्वी बनाई है, किसी नूं लई जाना है, किसी तो खो लेना है, तेरिया गुणा का अंत ही नहीं, तेरे तो वारे ही नहीं जाया जा सकता। इस करके जदों परमात्मा के गुण गाए जाएंगे, होएगा कि अपने अंदर का स्वाभिमान हउमे थले डिग जाएगी। पछाण यही है, परमात्मा के नाल जुड़े मनुख की यही पछाण है कि उहदे अंदर पहला औगण हउमे ते नहीं होएगी, जिहड़ा जुड़ गया है। क्योंकि जुड़े हुए नूं यह पता लग जाता है तू कुछ भी नहीं है, सब कुछ ही हो है, सब कुछ ही हो। जिहड़ा हजे परमात्मा नाल नहीं जुड़िया, हजे अपनी हस्ती नूं कुछ समझदा है, वो सोचता है शायद दुनिया मेरे नाल चलेगी, मेरे अनुसार चलेगी। ऐसा नहीं होना। परमात्मा ने यह हुक्म बनाया, उहदे विच दुनिया चल रही है। जिस दिन हुक्म की समझ आ गई, हुक्म बुझ लिया, बाणी कहती अपनी हउमे उदन ही खत्म। नानक हुक्मै जे बुझै, तां हउमै कहे ना कोई। फिर हौं दियां गल्लां नहीं करेगा, फिर इवें नहीं परिवार विच कहेगा जे मैं ना हुंदा तो यह परिवार की इन्नी जमीन बननी ही नहीं सी, एवें कदी नहीं कहेगा। जे मैं ना हुंदा तो ये बच्चे पढ़ने ही नहीं सी, एवें नहीं कहेगा। उन्होंने समझ लग गई, उहदे गुणां दा पता लग गया। इस नूं पता लग जाना है पालन वाला परमात्मा है, मैं ते साधन हाँ, बस इन्नी गल पता लगी नहीं, हंकार खत्म। हंकार क्यों खड़ा है? क्योंकि अपने आप को कुछ समझदा है, करता समझदा है। मैं करा रहे हैं तो दुनिया चल रही है, ऐसा नहीं वो करा रहे हैं तो मैं चल रहा हाँ, एवें होनी चाहिए। गल गल उल्टी है सारी। ताई करके जेडे भगत ते संसारी ने ना, उन्होंने दोवां का कदे जोड़ नहीं आता। क्यों? संसारी अपने आप को सब कुछ समझता है, भगत सारा कुछ ही परमात्मा को समझता है। हुण जोड़ किवें आएगा? दोवें पुठियां धरावां ने, एक नदी इधर जा रही है, एक इधर जा रही, मेल होना ही नहीं। मेल क्यों नहीं होना? क्योंकि धरावां पुठियां ने, एक परां चलेगी दूजी दिशा च, एक दूजी दिशा च। मनुख पुठी दिशा च जा रहा है। ये अपने हंकार नूं वड्डा समझी बैठा है, मैं वड्डा हाँ, सब कुछ छोटा है, मेरे करके दुनिया चल रही है। नहीं, बाणी कहती तू चल रहा है क्यों? परमात्मा चला रहा है तेनों, हजे तेरी जोत है उसके अंदर। जिस दिन वो जोत खिंच लैंदा है, शरीर भी रहिंदा है, अखां भी रहिंदियां ने, ना बोलना हुंदा है ना सुनना हुंदा है, उस दिन हुंदा है। इस करके हउमे की है? अपने आप को कुछ समझना।
ਤੇ ਨਿਰਮਾਣਤਾ ਕੀ ਹੈ? ਆਪਣੇ ਆਪ ਨੂੰ ਕੁਝ ਵੀ ਨਾ ਸਮਝਣਾ। ਇਸ ਕਰਕੇ ਹਉਮੈ ਦੇ ਵਿੱਚ ਫਸਾ ਹੋਇਆ ਮਨੁੱਖ, ਉਹਨੂੰ ਹਰੀ ਦੇ ਰਸ ਦਾ ਸਵਾਦ ਨਹੀਂ ਆਉਂਦਾ, ਹਰੀ ਦੀ ਪ੍ਰਕਿਰਤੀ ਦਾ ਆਨੰਦ ਉਹਨੂੰ ਨਹੀਂ ਆਉਂਦਾ। ਕਾਰਨ ਕੀ ਹੈ? ਕਿਉਂਕਿ ਉਹਦੇ ਅੰਦਰ ਇੱਕ ਕੰਡਾ ਹੈ। ਕੰਡਾ ਕਿਹੜਾ ਹੈ? ਹਉਮੈ ਦਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੱਢਾ ਕੰਡਾ ਹੈ। ਉਹਨਾਂ ਦੇ ਅੰਦਰ ਕੱਡਾ ਹੈ। ਕਾਹਦਾ? ਹਉਮੈ ਦਾ। ਜਿਉਂ ਜਿਉਂ ਚੱਲਹਿ ਚੁਭੈ ਦੁੱਖ ਪਾਵਹਿ, ਜਮਕਾਲ ਸਹੈ ਸਿਰ ਡੰਡਾ ਹੈ। ਫਿਰ ਜਿਵੇਂ ਜਿਵੇਂ ਜ਼ਿੰਦਗੀ ਚੱਲਦੇ ਨੇ ਨਾ, ਰੋਜ਼ ਰੋਜ਼ ਦੁਖੀ ਹੁੰਦੇ ਨੇ। ਸਭ ਤੋਂ ਜ਼ਿਆਦਾ ਜੇ ਦੁਨੀਆ ਤੇ ਕੋਈ ਮਨੁੱਖ ਦੁਖੀ ਹੈ, ਮੈਂ ਇੱਕ ਹੋਰ ਬੇਨਤੀ ਕਰਦਾ, ਸਭ ਤੋਂ ਜ਼ਿਆਦਾ ਜੇ ਮਨੁੱਖ ਦੁਨੀਆ ਤੇ ਦੁਖੀ ਹੈ, ਇੱਕੋ ਹੀ ਹੈ, ਜਿਹਨੂੰ ਪਰਮਾਤਮਾ ਦਾ ਹਜੇ ਪਤਾ ਨਹੀਂ ਲੱਗਿਆ, ਉਹ ਦੁਖੀ ਹੈ। ਭਾਵੇਂ ਉਹਦੇ ਕੋਲ ਸਾਰੀ ਦੁਨੀਆ ਦੇ ਪਦਾਰਥ ਨੇ, ਫਿਰ ਵੀ ਦੁਖੀ ਹੈ। ਆਪ ਜਿਵੇਂ ਕਮਾਲ ਹੋ ਗਈ, ਦੁਨੀਆ ਦੇ ਸਾਰੀ ਦੁਨੀਆ ਦੇ ਪਦਾਰਥ ਨੇ, ਫਿਰ ਵੀ ਦੁਖੀ ਹੈ। ਕਿਉਂ? ਇਹ ਇਸ ਕਰਕੇ ਦੁਖੀ ਹੈ, ਉਹਦੀ ਤ੍ਰਿਸ਼ਨਾ ਨਹੀਂ ਜਾਣੀ। ਉਸ ਨੂੰ ਪਤਾ ਨਹੀਂ ਲੱਗਣਾ ਮੇਰੀ ਜ਼ਿੰਦਗੀ 'ਚ ਜੋ ਕੁਝ ਮੈਨੂੰ ਮਿਲਿਆ ਹੈ ਉਹ ਠੀਕ ਹੈ, ਜੋ ਕੁਝ ਮੈਨੂੰ ਮਿਲਿਆ ਮੇਰੀ ਪ੍ਰਲਬਧ ਸੀ, ਇਹ ਉਹਨੂੰ ਕਿਵੇਂ ਪਤਾ ਲੱਗੇਗਾ? ਮੈਨੂੰ ਯਾਦ ਆਉਂਦੀ ਇੱਕ ਐਂਡਰਿਊ ਕਾਰਨੇਗੀ ਹੋਇਆ ਅਮਰੀਕਾ ਵਿੱਚ। ਜਿਸ ਦਿਨ ਉਹ ਮਰਨ ਲੱਗਾ ਨਾ, ਜਿਹਨੇ ਉਹਦੀ ਆਤਮ ਕਥਾ ਲਿਖੀ ਹੈ, ਉਸ ਦਿਨ ਉਹਦੇ ਕੋਲ 4 ਅਰਬ ਦੇ ਕਰੀਬ ਧਨ ਸੀ। 4 ਅਰਬ। ਮਰਨ ਲੱਗਾ ਉਹ, ਜਿਹੜਾ ਉਹਦੀ ਆਤਮ ਕਥਾ ਲਿਖਣ ਵਾਲਾ, ਉਹ ਕਹਿੰਦਾ ਹੈ, ਮੈਂ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ ਤਾਂ ਜ਼ਿੰਦਗੀ ਵਿੱਚ ਬੜੇ ਖੁਸ਼ ਹੋਵੋਗੇ ਤੇ ਕਿਉਂ? ਇਹ ਤੁਹਾਡੇ ਕੋਲ 4 ਅਰਬ ਧਨ ਹੈ, ਥੋੜਾ ਹੁੰਦਾ ਇਹਨਾਂ ਧਨ। ਇਹ ਗੱਲ ਹੋਰ ਯਾਦ ਰੱਖਣਾ ਸਾਧ ਸੰਗਤ, ਜੇ ਤੇ 4 ਅਰਬ ਹੋਣ ਗਵਾਂਢੀ ਕੋਲ ਫਿਰ ਤੇ ਬੜੇ ਨੇ, ਜੇ ਆਪਣੇ ਕੋਲ ਹੋਣ ਫਿਰ ਥੋੜੇ ਨੇ। ਇਹ ਗੱਲ ਯਾਦ ਰੱਖਣਾ। ਜੇ ਤੇ 50 ਕਿੱਲੇ ਹੋਣ ਪੜੋਸੀ ਕੋਲ, 50 ਪਲਾਟ ਹੋਣ ਪੜੋਸੀ ਕੋਲ, ਫਿਰ ਤੇ ਬੜੇ ਨੇ। ਅਸੀਂ ਕਹਾਂਗੇ ਤੁਸੀਂ ਐਵੇਂ ਹੀ ਭੱਜਿਆ ਫਿਰਦਾ ਹੈ, ਸਾਰਾ ਦਿਨ ਚੈਨ ਹੀ ਨਹੀਂ, ਇੰਨੇ ਇਹਦੇ ਕੋਲ ਪ੍ਰਾਪਰਟੀ, ਇੰਨੀ ਪ੍ਰੋਪਰਟੀ। ਜੇ ਤੇ ਪੜੋਸੀ ਕੋਲ ਨੇ ਫਿਰ ਤੇ ਬੜੇ ਨੇ, ਜੇ ਆਪਣੇ ਕੋਲ ਨੇ ਫਿਰ ਕੁਝ ਵੀ ਨਹੀਂ। ਕਦੀ ਵੇਖ ਲੈਣਾ ਹਿਸਾਬ ਲਗਾ ਕੇ। ਜਿਵੇਂ ਜਿਹੜੀ ਸਟੇਜ ਤੇ ਆਪ ਜੀ ਬੈਠੇ ਹੋ ਨਾ, ਜਿਨ੍ਹਾਂ ਕੋਲ ਘਰ ਨੇ, ਜਿਨ੍ਹਾਂ ਕੋਲ ਘਰ ਨਹੀਂ, ਉਹ ਪਤਾ ਕਹਿੰਦੇ ਹੋਣਗੇ ਵੀ ਇਹਦੇ ਕੋਲ ਘਰ ਹੈ, ਇਹ ਠੀਕ ਹੈ। ਜੇ ਤੇ ਆਪਣੇ ਕੋਲ ਜਿਹੜੀ ਚੀਜ਼ ਹੈ ਫਿਰ ਤੇ ਉਹ ਕੁਝ ਵੀ ਨਹੀਂ ਹੈ, ਜੇ ਦੂਜੇ ਕੋਲ ਹੈ ਫਿਰ ਬਹੁਤ ਹੈ। ਕਦੀ ਵੇਖ ਲੈਣਾ ਦੁਨੀਆ ਦੇ ਵਿੱਚ ਆਪ ਜੀ, ਕਦੇ ਵੇਖੋ ਆਪ ਜੀ ਜਿਹਨੂੰ ਵੀ ਕਹੋਗੇ, ਕਦੇ ਵੀ ਗੱਲਾਂ ਹੁੰਦੀਆਂ ਨੇ ਨਾ ਆਪਸ ਵਿੱਚ, 4 ਮਨੁੱਖ ਬੈਠੇ ਹੋਣ, ਇਹੀ ਗੱਲਾਂ ਕਰਨਗੇ, ਦੱਸੋ ਕਮਾਲ ਦਾ ਮਨੁੱਖ, ਇੰਨਾ ਕੁਛ ਉਹਦੇ ਕੋਲ ਹੈ, ਹਜੇ ਵੀ ਪਰੇਸ਼ਾਨ ਹੈ। ਹੁਣ ਜੋ ਕੁਛ ਇਹਦੇ ਕੋਲ ਹੈ, ਇਹਨੂੰ ਵੇਖ ਕੇ ਤੇ ਬੜੇ ਲੋਕ ਕਹਿੰਦੇ ਨੇ ਇਹ ਵੀ ਐਵੇਂ ਪਰੇਸ਼ਾਨ ਹੈ। ਜੇ ਤੇ ਮਾਇਆ ਤੇ ਪਦਾਰਥ ਹੋਣ ਪੜੋਸੀ ਦੇ, ਫਿਰ ਤੇ ਉਹ ਬੜੇ ਨੇ, ਜੇ ਹੁਣ ਆਪਣੇ ਫਿਰ ਉਹ ਘੱਟ ਨੇ। ਐਂਡਰਿਊ ਕਾਰਨੇਗੀ ਕਹਿੰਦਾ ਵੀ ਕਮਾਲ ਹੋ ਗਈ, ਤੂੰ ਕਹਿੰਦਾ 4 ਅਰਬ ਬੜੇ ਨੇ, ਮੇਰੇ ਕੋਲ ਨਹੀਂ, ਬੜੇ ਕੋਲ ਨਹੀਂ। ਕਹਿੰਦੇ ਕਿਉਂ? ਮੇਰਾ ਲਕਸ਼ ਤੇ 10 ਅਰਬ ਦਾ ਸੀ, ਅਜੇ ਤੇ 4 ਹੀ ਹੋਏ ਨੇ। ਮੈਨੂੰ ਲੱਗਦਾ ਮੈਂ ਐਵੇਂ ਦੁਨੀਆ ਤੋਂ ਚਲੇ ਜਾਣਾ ਹੈ। ਲਕਸ਼ ਤੇ 10 ਅਰਬ ਦਾ ਸੀ, ਇਹ ਤੇ 4 ਤੇ ਖਤਮ ਹੋ ਚੱਲਿਆ ਹੈ। ਭਾਵ ਅਸੀਂ ਇਹ ਕਹਿ ਸਕਦੇ ਹਾਂ, ਹੁਣ ਆਪ ਜੀ ਸੁਣ ਰਹੇ ਹੋ, ਆਪ ਕੋ ਕਮਾਲ ਹੋ ਗਈ, ਕਿੱਡਾ ਮੂਰਖ ਮਨੁੱਖ ਸੀ। 4 ਅਰਬ ਥੋੜੇ ਹੁੰਦੇ ਨੇ, ਹਜੇ ਸਾਨੂੰ ਥੋੜੇ ਲੱਗਦੇ ਨੇ, ਬੜੇ ਲੱਗ ਰਹੇ ਨੇ। ਕਿਉਂ? ਦੂਜੇ ਦੇ ਨੇ। ਬੇਨਤੀ ਕਰਦੇ ਹਾਂ, ਜਿਵੇਂ ਕੈਸ਼ੀਅਰ ਹੁੰਦਾ ਨਾ ਬੈਂਕ ਦੇ ਵਿੱਚ, ਹੁਣ ਬੈਂਕ ਦੇ ਵਿੱਚ ਪੈਸੇ ਪਏ ਨੇ, ਕੈਸ਼ੀਅਰ ਵੇਖ ਕੇ ਖੁਸ਼ ਥੋੜੀ ਨਾ ਹੁੰਦਾ ਹੈ। ਕਿਉਂ? ਕੈਸ਼ੀਅਰ ਸਗੋਂ ਕਹਿੰਦਾ ਹੁਣ ਗਿਣਨੇ ਪੈਣਗੇ, ਉਹਨੂੰ ਬਰਡਨ ਲੱਗ ਰਹੇ ਨੇ ਪੈਸੇ ਪਏ, ਕਿਉਂ? ਗਿਣਨੇ ਪੈਣਗੇ। ਇਹ 5 ਵਜੇ ਛੁੱਟੀ ਹੋਣ ਲੱਗੇ ਤੇ ਉਧਰ 5-7 ਕਰੋੜ ਰੁਪਇਆ ਆ ਜਾਵੇ, ਗਿਣੋ ਇਹਨੂੰ। ਹੈ ਤੇ ਪੈਸੇ ਨੇ, ਹੈ ਉਹਦੇ ਕੋਲ ਨੇ, ਪਰ ਉਹਨੂੰ ਖੁਸ਼ੀ ਨਹੀਂ ਉਹਦੇ ਵਿੱਚ। ਕਿਉਂ ਨਹੀਂ ਹੈ? ਕਿਉਂਕਿ ਉਹ ਮੇਰੇ ਨਹੀਂ ਹਨ। ਜੋ ਮੇਰਾ ਨਹੀਂ ਹੈ ਉਹਦੇ ਵਿੱਚ ਕੋਈ ਖੁਸ਼ੀ ਨਹੀਂ ਹੈ। ਇਸ ਕਰਕੇ ਜੇ ਦੇ ਪੜੋਸੀ ਦੇ ਹੋਣ ਫਿਰ ਤੇ ਉਹ ਬੜੇ ਨੇ, ਜੇ ਆਪਣੇ ਹੋਣ ਫਿਰ ਕੁਝ ਵੀ ਨਹੀਂ ਹੈ। ਇਸ ਕਰਕੇ ਜਿਹੜੀ ਹਉਮੈ ਹੈ ਉਹਦੇ ਨਾਲ ਮੈਲ ਉਤਰਦੀ ਹੈ। ਕਾਹਦੀ? ਤ੍ਰਿਸ਼ਨਾ ਦੀ ਮੈਲ ਉਤਰ ਜਾਂਦੀ ਹੈ, ਹਉਮੈ ਦੀ।
ਹਉਮੈ ਦੀ ਮੈਲ ਕੀ ਹੈ? ਹਉਮੈ ਦੀ ਮੈਲ ਇਹ ਹੈ ਮੈਂ ਕੁਛ ਹਾਂ, ਆਹ ਮੈਲ ਹੈ ਹਉਮੈ ਦੀ। ਹੋਰ ਕੋਈ ਕੁਛ ਨਹੀਂ ਹੈ, ਮੈਂ ਕੁਛ ਹਾਂ।